किसानों की आवाज़ वास्ते जो धरना लाने गए आ ना, साढ़े भी आके एक दिन घंटा लाई जाते तो सानू पता लगता भी मुलाजम धक्का वाली सरकार आ। ਅਸੀਂ 3 ਦਿਨ ਦਾ ਸਾਂਝੀ ਐਕਸ਼ਨ ਕਮੇਟੀ ਨੇ ਨੋਟਿਸ ਦਿੱਤਾ ਜੀ ਬੁੱਧਵਾਰ ਤੱਕ ਤੇ ਐਤਵਾਰ ਤੱਕ ਨੂੰ ਟਾਈਮ ਦਿੱਤਾ ਜਾਏਗਾ ਜੀ। ਜੇ ਉਹ ਆਪਣੇ ਸਾਡੀਆਂ ਮੰਗਾਂ ਨਹੀਂ ਮੰਨਦੇ ਜਾਂ ਸਾਨੂੰ ਕੋਈ ਅਸ਼ੋਰੈਂਸ ਨਹੀਂ ਦਿੰਦੇ, ਲਿਖਤੀ ਰੂਪ 'ਚ ਨਹੀਂ ਦਿੰਦੇ ਹੈਗੇ, ਤੇ ਅਗਲੇ ਸੋਮਵਾਰ ਤੋਂ ਜੋ ਸਾਡੀ ਸਾਂਝੀ ਐਕਸ਼ਨ ਕਮੇਟੀ ਹੈ ਪੂਰਨ ਤੌਰ 'ਤੇ ਹੜਤਾਲ ਕਰਨ ਜਾ ਰਹੀ ਹੈ, ਇੰਡਾਇਰੈਕਟ ਕਰਨ ਜਾ ਰਹੀ ਹੈ। ਇੱਥੇ ਏਡੀ ਦੂਰੋਂ ਆਏ ਸਿਵਲ ਹਸਪੀਟਲ ਤੇ ਇੱਥੇ ਆਉਂਦਿਆਂ ਨੂੰ ਕਹਿੰਦੇ ਸਾਰਾ ਕੁਝ ਬੰਦ ਆ, ਸਰਕਾਰੀ ਦਫ਼ਤਰ ਸਾਰੇ ਬੰਦ ਆ, ਕੋਈ ਚੈੱਕ ਨਹੀਂ ਕਰ ਪਾ ਰਿਹਾ, ਡਾਕਟਰਾਂ ਦੀ ਹੜਤਾਲ ਆ। ਡਾਕਟਰਾਂ ਦੀ ਹੜਤਾਲ ਆ ਤੇ ਆਮ ਜਨਤਾ ਨੂੰ ਕਿਉਂ ਕੀਤਾ ਜਾ ਰਿਹਾ ਪਰੇਸ਼ਾਨ ਇੰਨਾ? D4 न्यूज़ देख रहे तमाम दोस्तों को दीपक भंडारे का नमस्कार। हड़ताल हड़ताल और हड़ताल, आज फिर हड़ताल। सेहत सेवाएं चरमरा गई हैं, लगातार डॉक्टरों और पैरामेडिकल स्टाफ की हड़ताल जारी है। एक कल डॉक्टरों की हड़ताल थी लेकिन पैरामेडिकल स्टाफ का समर्थन नहीं था। आज एम्प्लॉयज़ वेलफेयर एसोसिएशन के इन्हें समर्थन दे दिया गया है। फिर हड़ताल है, हम बात करेंगे डॉक्टरों के साथ। हम आपको पहले बता दें, एनपीओ को लेकर और अपनी मांगों को लेकर, घटाए हुए भत्तों को लेकर ये डॉक्टर हड़ताल पर हैं। हमारे साथ हैं पीसीएमएस एसोसिएशन के जिला अध्यक्ष हैं डॉक्टर मदन बोहन। आखिरकार इन्हें नारेबाजी करनी पड़ रही है। वही बातें, डॉक्टर साहब तुसी लगातार हड़ताल से चल रहे हो, सरकार गल नहीं सुन रही, तो कित्थे गल खत्म होएगी जाके? ਸਰ ਗੱਲ ਖਤਮ ਜਿਹੜੀ ਹੈ ਜੀ, ਅਸੀਂ 3 ਦਿਨ ਦਾ ਸਾਡੀ ਸਾਂਝੀ ਐਕਸ਼ਨ ਕਮੇਟੀ ਨੇ ਨੋਟਿਸ ਦਿੱਤਾ ਜੀ ਬੁੱਧਵਾਰ ਤੱਕ ਤੇ ਐਤਵਾਰ ਤੱਕ ਨੂੰ ਟਾਈਮ ਦਿੱਤਾ ਜਾਏਗਾ ਜੀ। ਜੇ ਉਹ ਆਪਣੇ ਸਾਡੀਆਂ ਮੰਗਾਂ ਨਹੀਂ ਮੰਨਦੇ ਜਾਂ ਸਾਨੂੰ ਕੋਈ ਅਸ਼ੋਰੈਂਸ ਨਹੀਂ ਦਿੰਦੇ, ਲਿਖਤੀ ਰੂਪ 'ਚ ਨਹੀਂ ਦਿੰਦੇ ਹੈਗੇ, ਤੇ ਅਗਲੇ ਸੋਮਵਾਰ ਤੋਂ ਜੋ ਸਾਡੀ ਸਾਂਝੀ ਐਕਸ਼ਨ ਕਮੇਟੀ ਹੈ ਪੂਰਨ ਤੌਰ 'ਤੇ ਹੜਤਾਲ ਕਰਨ ਜਾ ਰਹੀ ਹੈ, ਇੰਡਾਇਰੈਕਟ ਸਟ੍ਰਾਈਕ ਕਰਨ ਜਾ ਰਹੀ ਹੈ। ਇੰਡੈਫੀਨਿਟ ਸਟ੍ਰਾਈਕ ਦੇ ਵਿੱਚ ਤੁਸੀਂ ਕਿਆ ਐਮਰਜੈਂਸੀ ਸੇਵਾਵਾਂ ਬੰਦ ਕਰੋਗੇ, ਕਰੋਨਾ ਦਾ ਕੰਮ ਬੰਦ ਕਰੋਗੇ ਕਿ ਜਾਰੀ ਰੱਖੇਗਾ? ਸਰ ਇਹ ਜਿਹੜੀ ਸਾਡੀ ਐਕਸ਼ਨ ਕਮੇਟੀ ਉਹ ਡਿਸਾਈਡ ਕਰੇਗੀ, ਔਰ ਮੋਸਟ ਪ੍ਰੋਬਬਲੀ ਜੋ ਆਪਣੇ ਸਾਨੂੰ ਪਤਾ ਲੱਗ ਰਿਹਾ ਕਿ ਅਗਲੇ ਹਫ਼ਤੇ ਤੋਂ ਅਸੀਂ ਆਪਣੇ ਜਿਹੜੀਆਂ ਐਮਰਜੈਂਸੀ ਸੇਵਾਵਾਂ ਵੀ ਬੰਦ ਕੀਤੀਆਂ ਜਾ ਸਕਦੀਆਂ ਨੇ। ਡਾਕਟਰ ਸਾਹਿਬ ਤੁਹਾਨੂੰ ਬੁਲਾਇਆ ਨਹੀਂ ਗਿਆ? ਸਰਕਾਰ ਨੇ ਬੁਲਾਇਆ ਸੀ, ਕਿੱਥੇ ਗੱਲ ਪਹੁੰਚੀ? ਉਹਨਾਂ ਨੇ ਕਿਹਾ ਕੀ ਹੈ ਤੁਹਾਨੂੰ? ਜਿਹੜੀ ਮੀਟਿੰਗ ਵੀ ਹੋਈ ਸਰਕਾਰ ਨਾਲ, ਕਿਹਾ ਕੀ ਉਹਨਾਂ ਨੇ? ਸਰ ਕੱਲ ਵੀ ਬੁਲਾਇਆ ਗਿਆ, ਕੱਲ ਵੀ 4 ਵਜੇ ਆਪਣੇ ਸਾਡੇ ਪ੍ਰਿੰਸੀਪਲ ਸੈਕਟਰੀ ਹੁਸਨ ਲਾਲ ਜੀ ਨੇ ਬੁਲਾਇਆ ਸੀ। ਸਾਡੀ ਜੁਆਇੰਟ ਐਕਸ਼ਨ ਕਮੇਟੀ ਕੱਲ ਵੀ ਗਈ ਸੀ। ਉਹਨਾਂ ਨੇ ਉਹ ਕਿਹਾ ਸੀ ਕਿ ਤੁਹਾਡਾ ਕੰਮ ਹੋਇਆ ਪਿਆ, ਸੈਨ ਹੋਣੇ ਬਾਕੀ ਰਹਿੰਦੇ ਨੇ, ਤੁਸੀਂ ਆਪਣੀ ਜਿਹੜੀ ਹੜਤਾਲ ਨੂੰ ਵਾਪਸ ਲੈ ਲਵੋ। ਪਰ ਸਾਡੀ ਜਿਹੜੀ ਸਾਂਝੀ ਐਕਸ਼ਨ ਕਮੇਟੀ ਨੇ ਉਹਨਾਂ ਨੇ ਇੱਕੋ ਗੱਲ ਕਹੀ ਸੀ ਕਿ ਜਦ ਤੱਕ ਸਾਨੂੰ ਕੋਈ ਠੋਸ ਤੁਸੀਂ ਸਾਨੂੰ ਸਬੂਤ ਨਹੀਂ ਦਿੰਦੇ ਜਾਂ ਸਾਨੂੰ ਕੋਈ ਪੱਕਾ ਲਿਖ ਕੇ ਨਹੀਂ ਦਿੰਦੇ ਹੈਗੇ, ਅਸੀਂ ਹੜਤਾਲ ਤੋਂ ਵਾਪਸ ਨਹੀਂ ਜਾਵਾਂਗੇ। ਡਾਕਟਰ ਸਾਹਿਬ ਕੁਝ ਸਾਨੂੰ ਇਹ ਪਤਾ ਵੀ ਡਾਕਟਰ ਦੁਫਾੜ ਹੋ ਰਹੇ ਨੇ, ਕੁਝ ਇਹ ਕਹਿਣ ਲੱਗੇ ਵੀ ਇਹਨਾਂ ਨੂੰ ਪਤਾ ਹੀ ਨਹੀਂ ਬੇਸਿਕ ਪੇ ਪਹਿਲੇ ਜਿਵੇਂ 100 ਤੇ ਮਿਲਦਾ ਸੀਗਾ ਐਨਪੀਏ, ਹੁਣ ਉਹਨਾਂ ਨੇ ਇਹਨੂੰ 2.5 ਗੁਣਾ ਕਰਤਾ, ਉਹ ਤੇ ਐਨਪੀਏ ਮਿਲ ਰਿਹਾ। ਐਨਪੀਏ ਦਾ ਕੋਈ ਬਹੁਤਾ ਫਰਕ ਤਾਂ ਪਿਆ ਨਹੀਂ, ਜੋ ਐਸੇ ਕੁਝ ਲੋਕ ਡਾਕਟਰ ਹੀ ਕਹਿ ਰਹੇ ਹਨ। ਨਹੀਂ ਸਰ ਬਿਲਕੁਲ ਗਲਤ ਹੈ ਜੀ। ਜਦੋਂ ਆਪਣੇ ਜਿਹੜਾ ਹੈਗਾ ਸਾਡਾ 100 ਦੇ ਵਿੱਚ ਜਿਹੜਾ ਸਾਡਾ ਐਨਪੀਏ ਸੀ 25% ਜਮ੍ਹਾਂ ਹੋ ਕੇ ਫਿਰ ਉੱਤੇ ਭੱਤੇ ਮਿਲਦੇ ਸੀ ਕਿ ਜਿਵੇਂ ਹਾਊਸ ਰੈਂਟ ਮਿਲਦਾ ਸੀ, ਸਾਡਾ ਟੀਏ ਮਿਲਦਾ ਸੀ, ਡੀਏ ਮਿਲਦਾ ਸੀ, ਉਹਦੇ 'ਤੇ ਮਿਲਦਾ ਸੀ, ਸਾਡਾ ਉਹਦੇ ਨਾਲ ਬਹੁਤ ਜ਼ਿਆਦਾ ਫਰਕ ਪੈਂਦਾ ਸੀ। ਜਿਹੜੀ ਇਹ ਕਹਿ ਰਹੇ ਕਿ 2.67 ਹੈ, ਇਹ ਬਿਲਕੁਲ ਗਲਤ ਹੈ। ਇਹਦੇ ਨਾਲ ਰਾਦਰ ਤਨਖਾਹ ਘਟ ਰਹੀ ਹੈ ਸਾਡੀ। ਅੱਛਾ ਡਾਕਟਰ ਸਾਹਿਬ, ਤੁਹਾਨੂੰ ਨਹੀਂ ਲੱਗਦਾ ਵੀ ਤੁਸੀਂ ਲਗਾਤਾਰ ਡਾਕਟਰ ਹੜਤਾਲ ਤੇ ਨੇ, ਪਿੱਛੇ ਐਮਪਲਾਈਜ਼ ਵੈਲਫੇਅਰ ਐਸੋਸੀਏਸ਼ਨ ਵੀ ਹੜਤਾਲ ਤੇ ਸੀਗੀ, ਤੇ ਮਰੀਜ਼ਾਂ ਦਾ ਬੜਾ ਘਾਣ ਹੋ ਰਿਹਾ? ਸਰ ਅਸੀਂ ਐਮਰਜੈਂਸੀ ਸੇਵਾਵਾਂ ਜਿਹੜੀਆਂ ਦੇ ਰਹੇ ਨੇ ਮਰੀਜ਼ਾਂ ਨੂੰ, ਜਿਹੜੇ ਐਮਰਜੈਂਸੀ ਲੋਕ ਹੈਗੇ ਨੇ, ਅਸੀਂ ਜਿਹੜੀ ਉਹਨਾਂ ਨੂੰ ਮਰੀਜ਼ਾਂ ਨੂੰ ਸੇਵਾਵਾਂ ਦੇ ਰਹੇ ਹਾਂ ਜੀ। ਅਸੀਂ ਨਾ ਸਰਕਾਰ ਦੇ ਕੰਨ ਤੇ ਇਸ ਕਰਕੇ ਜੂ ਨਹੀਂ ਸਕਦੀ ਵੀ ਆਪਣਾ ਇਲਾਜ ਤੇ ਪ੍ਰਾਈਵੇਟ ਹਸਪਤਾਲਾਂ ਚੋਂ ਤੇ ਫੌਰਨ ਤੋਂ ਕਰਾਉਂਦੇ ਆ, ਮਰਦੀ ਤੇ ਜਨਤਾ ਪਈ ਹੈ। ਬਿਲਕੁਲ ਠੀਕ ਗੱਲ ਹੈ ਸਰ, ਕਿਉਂਕਿ ਜਿਹੜੇ ਆਪਣੇ ਗਰੀਬ ਲੋਕ ਨੇ ਉਹਨਾਂ ਨੂੰ ਜ਼ਿਆਦਾ ਜਿਹੜਾ ਆਪਣੇ ਨੁਕਸਾਨ ਜਿਹੜਾ ਹੁੰਦਾ ਜੀ। ਸਾਡਾ ਸਤਨਾਮ ਸਿੰਘ ਨੇ ਡਾਕਟਰ ਸਾਹਿਬ, ਸਰਕਾਰ ਤਾਂ ਮੰਨ ਨਹੀਂ ਰਹੀ, ਜਿਵੇਂ ਉਹਨਾਂ ਨੇ ਕਿਹਾ ਵੀ ਅਸੀਂ 20 ਤਰੀਕ ਤੋਂ ਦੁਬਾਰਾ ਹੜਤਾਲ ਕਰਨ ਜਾ ਰਹੇ ਹਾਂ, ਤੇ ਹੁਣ ਤੁਹਾਡਾ ਕੀ ਕਹਿਣਾ? ਸਾਡਾ ਕਹਿਣਾ ਇਹ ਹੈ ਜੀ, ਜੇ 19 ਤਰੀਕ ਤੱਕ ਸਾਡੀਆਂ ਜਿਹੜੀਆਂ ਨੇ ਡਿਮਾਂਡਸ ਨਹੀਂ ਪੂਰੀਆਂ ਹੋਈਆਂ ਤਾਂ ਫਿਰ 19 ਤਰੀਕ ਤੋਂ ਅਸੀਂ ਅਣਮਿੱਥੇ ਸਮੇਂ ਲਈ ਹੜਤਾਲ ਤੇ ਚਲੇ ਜਾਵਾਂਗੇ, ਔਰ ਉਹਦੇ ਵਿੱਚ ਕਿਹੜੇ ਐਕਸ਼ਨ ਹੋਣਗੇ ਇਹ ਸਰਕਾਰ ਦੀ ਜ਼ਿੰਮੇਵਾਰੀ ਹੋਏਗੀ ਸਾਰੀ। ਡਾਕਟਰ ਸਾਹਿਬ ਤੁਹਾਨੂੰ ਲੱਗਦਾ ਮਰੀਜ਼ਾਂ ਦਾ ਨੁਕਸਾਨ ਹੋ ਰਿਹਾ ਹੈ? ਅਸੀਂ ਮਰੀਜ਼ਾਂ ਦੇ ਨਾਲ ਪੂਰੀ ਤਰ੍ਹਾਂ ਹਮਦਰਦੀ ਹੈ ਸਾਨੂੰ ਮਰੀਜ਼ਾਂ ਦੇ ਨਾਲ। ਅਸੀਂ ਨਹੀਂ ਚਾਹੁੰਦੇ ਕਿ ਮਰੀਜ਼ ਜਿਹੜੇ ਖਰਾਬ ਹੋਣ, ਪਰ ਸਾਨੂੰ ਸਰਕਾਰ ਮਜਬੂਰ ਕਰ ਰਹੀ ਹੈ ਕਿ ਅਸੀਂ ਜਿਹੜੇ ਮਰੀਜ਼ਾਂ ਨੂੰ ਇਹ ਪਰੇਸ਼ਾਨੀ ਦੇ ਵਿੱਚ ਪਾਈਏ। ਤੇ ਡਾਕਟਰ ਸਾਹਿਬ ਕੀ ਤੁਸੀਂ ਇੱਥੇ ਹੀ ਨਾਅਰੇਬਾਜ਼ੀ ਕਰਕੇ ਖਤਮ ਕਰ ਦਿੰਦੇ ਹੋ? ਕਿਉਂਕਿ ਸਰਕਾਰ ਤੇ ਜਿਵੇਂ ਮੋਟੀ ਚਮੜੀ ਹੋ ਗਈ ਹੈ, ਸੁਣ ਨਹੀਂ ਰਹੀ, ਤੇ ਤੁਹਾਡਾ ਐਕਸ਼ਨ ਪਲਾਨ ਕੀ ਹੋਏਗਾ ਹੁਣ? ਸਾਡਾ ਐਕਸ਼ਨ ਪਲਾਨ ਇਹੋ ਹੀ ਹੈ ਕਿ ਜੇ 19 ਤਰੀਕ ਤੋਂ ਸਾਡੀ ਗੱਲ ਨਹੀਂ ਸੁਣਦੇ 19 ਤਰੀਕ ਤੱਕ, ਤੇ ਫਿਰ 19 ਤਰੀਕ ਤੋਂ ਅਣਮਿੱਥੇ ਸਮੇਂ ਲਈ ਜਦੋਂ ਹੜਤਾਲ ਹੋਏਗੀ ਉਸ ਤੋਂ ਬਾਅਦ ਮੈਡੀਕਲ ਲੀਗਲ ਵੀ ਬੰਦ ਹੋਣਗੇ, ਨੋ ਇੰਜਰੀ ਸਰਟੀਫਿਕੇਟ ਵੀ ਬੰਦ ਹੋਣਗੇ, ਔਰ ਜੇ ਲੋੜ ਪਈ ਤੇ ਐਮਰਜੈਂਸੀ ਸੇਵਾਵਾਂ ਕੋਵਿਡ ਦਾ ਕੰਮ ਜਿਹੜਾ ਇਹ ਵੀ ਬੰਦ ਕਰਤਾ ਜਾਏਗਾ। ਨਹੀਂ ਤੁਸੀਂ ਦੇਖੋ, ਸੀਐਮ ਤੱਕ ਆਪਣੀ ਜਾਂ ਵਿੱਤ ਮੰਤਰੀ ਤੱਕ ਆਪਣੀ ਆਵਾਜ਼ ਪਹੁੰਚਾਉਣ ਵਾਸਤੇ ਸਿਰਫ ਇੱਥੇ ਹੀ ਨਾਅਰੇਬਾਜ਼ੀ ਮਾਰ ਰਹੇ ਹੋ, ਕਿਉਂਕਿ ਨਾਅਰੇ ਤੇ ਤੁਹਾਡੇ ਪਹੁੰਚਦੇ ਨਹੀਂ ਉੱਥੋਂ ਤੱਕ। ਹੋਰ ਤੁਸੀਂ ਕੀ ਕਰ ਰਹੇ ਹੋ? ਨਹੀਂ ਜੀ ਨਹੀਂ, ਸਾਰੇ ਪੰਜਾਬ ਦੇ ਵਿੱਚ ਸਾਰੇ ਡਾਕਟਰ ਜਿਹੜੇ ਨੇ ਉਹ ਨਾਅਰੇ ਲਗਾਉਂਦੇ ਪਏ ਨੇ। ਸਾਰੇ ਡਾਕਟਰ ਜਿਹੜੇ ਸੜਕਾਂ ਦੇ ਉਤਰੇ, ਸਾਰਾ ਸਿਹਤ ਵਿਭਾਗ ਸੜਕਾਂ ਤੇ ਉਤਰਿਆ ਹੋਇਆ, ਉਹਨਾਂ ਦੇ ਕੰਨਾਂ ਤੱਕ ਗੱਲ ਪਹੁੰਚੀ ਹੋਈ ਹੈ, ਸਿਰਫ ਉਹਨਾਂ ਦਾ ਪੈਨ ਗਵਾਚ ਗਿਆ ਜਿਹਦੇ ਨਾਲ ਸਾਈਨ ਹੋਣੇ ਨੇ। ਚਲੋ ਦੇਖੋ, ਸਾਡੇ ਨਾਲ ਐਮਪਲਾਈਜ਼ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਰਾਕੇਸ਼ ਸ਼ਰਮਾ ਜੀ, ਅੱਜ ਤੁਹਾਡੇ ਵੱਲੋਂ ਵੀ ਸਮਰਥਨ ਦੇ ਦਿੱਤਾ ਗਿਆ। ਕੱਲ ਹੜਤਾਲ ਨੂੰ ਸਮਰਥਨ ਨਹੀਂ ਸੀ ਦਿੱਤਾ ਗਿਆ, ਹੁਣ ਫਿਰ ਇੱਕ ਫਰੰਟ ਤੇ ਆ ਗਏ ਸਾਰੇ ਜਾਣੇ, ਤੇ ਸਰਕਾਰ ਤੇ ਗੂੰਗੀ ਬੈਰੀ ਹੋ ਗਈ, ਸੁਣ ਨਹੀਂ ਰਹੀ। ਨਹੀਂ ਸੁਣਨੀ ਜਗਾਵਾਂਗੇ ਜੀ ਇਹਨਾਂ ਨੂੰ,
ਇਕੱਠੇ ਹੋ ਗਏ ਆ, ਇਕੱਠ ਦੀ ਜਿਹੜੀ ਬਰਕਤ ਹੁੰਦੀ ਆ ਬਿਲਕੁਲ ਜਗਾਵਾਂਗੇ, ਕੰਮਕਾਰ ਬੰਦ ਕਰਾਂਗੇ। ਮੇਰੀ ਤੇ ਇਹਨਾਂ ਨੂੰ ਹੁਣ ਵੀ ਅਪੀਲ ਸੀ ਵੀ ਮੈਡੀਕਲ ਲੀਗਲ ਕੰਮ ਦਾ ਜਿਹੜਾ ਨੋ ਇੰਜਰੀ ਉਹ ਵੀ ਬੰਦ ਕਰੋ, ਜਿਹਦੇ ਨਾਲ ਥੋੜੀ ਪਰੇਸ਼ਾਨੀ ਹੋਵੇ ਤੇ ਉਹਨਾਂ ਨੂੰ ਪਤਾ ਲੱਗੇ। ਇਦਾਂ ਹੀ ਆਪਣਾ ਹੀ ਗਲਾ ਪਾੜ ਪੁੱਟ ਕੇ ਚੱਲ ਜਾਂਦੇ ਆ ਤੇ ਸਰਕਾਰ ਦਾ ਅਸਰ ਕੋਈ ਨਹੀਂ ਹੋ ਗਿਆ। ਸਰਕਾਰ ਨੇ ਜਿਹੜੀ ਪਾਲਿਸੀ ਨਾ ਮੋਦੀ ਸਾਹਿਬ ਵਾਲੀ ਬਣਾ ਲਈ ਆ, ਜਿੱਦਾਂ ਉੱਥੇ ਕਿਸਾਨ ਰੌਲਾ ਪਾਈ ਜਾਂਦੇ, ਕਿਸਾਨ ਸੁੱਤੇ ਪਏ ਰਮਾਨ ਨਾਲ ਮੋਦੀ ਸਾਹਿਬ, ਉਹ ਪਾਲਿਸੀ ਹੁਣ ਇਹਨਾਂ ਨੇ ਕਰ ਲਈ ਆ। ਉੱਦਾਂ ਤੇ ਕਹਿੰਦੇ ਆ ਵੀ ਮੋਦੀ ਤਾਨਾਸ਼ਾਹ ਵਾ, ਉਹ ਕਿਸੇ ਦੀ ਗੱਲ ਨਹੀਂ ਸੁਣਦਾ ਪਬਲਿਕ ਦੀ, ਤੇ ਤੁਸੀਂ ਕੀ ਹੋ, ਇਹ ਵੀ ਤਾਂ ਤਾਨਾਸ਼ਾਹ ਹੀ ਆ ਵੀ ਜਿਹੜੇ ਪਬਲਿਕ ਰੋਣ ਡਈ ਆ, ਕਿਸੇ ਦੀ ਗੱਲ ਨਹੀਂ ਸੁਣਨ ਡੇ। ਇਸ ਕਰਕੇ ਇਹਨੂੰ ਸੰਘਰਸ਼ ਨੂੰ ਤੇਜ਼ ਕਰਨਾ ਚਾਹੀਦਾ, ਕੰਮ ਸਾਰੇ ਠੱਪ ਕਰਨੇ ਚਾਹੀਦੇ ਆ। ਲੋਕਾਂ ਦਾ ਬਹੁਤ ਨੁਕਸਾਨ ਹੋ ਰਿਹਾ। ਲੋਕਾਂ ਦਾ ਜੀ ਵੇਖੋ ਸਰਕਾਰ ਕਰਕੇ ਹੋ ਰਿਹਾ, ਸਾਡੇ ਕਰਕੇ ਨਹੀਂ ਹੋ ਰਿਹਾ, ਸਰਕਾਰ ਕਰਕੇ ਹੋ ਰਿਹਾ। ਅਸੀਂ ਤੇ ਦੁਖੀ ਆ, ਤਾਦੀ ਰੋਲਾ ਪਾਉਣ ਡੇ ਨਾ। ਜੇ ਸਾਨੂੰ ਸੁਖੀ ਹੋਣ, ਇਹਨਾਂ ਨੇ ਗਲਤ ਕੰਮ ਨਾ ਕੀਤਾ ਹੁੰਦਾ ਤਾਂ ਅਸੀਂ ਤਾਂ ਅੱਗੇ ਬਹਿ ਕੇ ਕੰਮ ਕਰਨ ਡੇ ਹਾਂ। ਜਦੋਂ ਇਹਨਾਂ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ, ਉਸ ਤੋਂ ਬਾਅਦ ਹੀ ਰੋਲਾ ਪਿਆ। ਇਹਨਾਂ ਨੂੰ ਚੇਤਾਵਨੀਆਂ ਦਿੱਤੀਆਂ, ਨੋਟਿਸ ਦਿੱਤੇ, ਇਹਨਾਂ ਨੂੰ ਉਦੋਂ ਹੀ ਸਮਝਣਾ ਚਾਹੀਦਾ ਸੀ, ਗੱਲਬਾਤ ਲਈ ਸੱਦਣਾ ਚਾਹੀਦਾ ਸੀ। ਸਾਨੂੰ ਤਾਂ ਇਹਦਾ 2 ਵਾਰੀ ਸਿਵਲ ਸਾਹਿਬ ਨੇ ਭੇਜਤਾ, ਗੱਲਬਾਤ ਕਰਨੀ, ਸੱਦਿਆ ਤੱਕ ਨਹੀਂ। ਠੇਕੇਦਾਰ ਦੇ ਮੁਲਾਜ਼ਮ ਜਿਹੜੇ ਵਿਚਾਰੇ 7-7 ਹਜ਼ਾਰ ਤੇ ਕੰਮ ਕਰਦੇ, ਜਿਹੜਾ ਖੂਨ ਚੂਸਿਆ ਜਾ ਰਿਹਾ, ਉਹਨਾਂ ਨੂੰ ਠੇਕੇਦਾਰੀ ਸਿਸਟਮ ਇਹ ਕਹਿੰਦੇ ਆ ਜਿਹੜਾ ਖਤਮ ਹੋਣਾ ਚਾਹੀਦਾ। ਇਕੁਅਲ ਵਰਕ ਇਕੁਅਲ ਪੇ ਦਾ ਸਿਧਾਂਤ ਲਾਗੂ ਹੋਣਾ ਚਾਹੀਦਾ। ਜਿਹੜੇ ਕੰਟਰੈਕਟ ਦੇ ਮੁਲਾਜ਼ਮ ਪੱਕੇ ਹੋਣੇ ਚਾਹੀਦੇ ਆ, ਜਿਹੜੇ ਭੱਤੇ ਨਾ ਕੱਟੇ ਉਹ ਬਹਾਲ ਹੋਣੇ ਚਾਹੀਦੇ ਆ। ਸ਼ਰਮਾ ਜੀ ਪਹਿਲੇ ਵੀ ਹੜਤਾਲਾਂ ਕੀਤੀਆਂ, 3 ਦਿਨ ਪਿੱਛੇ ਵੀ ਹੜਤਾਲ ਸੀ, ਹੁਣ ਕੱਲ ਤੱਕ ਫਿਰ ਹੜਤਾਲ ਆ। ਤੁਹਾਨੂੰ ਕੀ ਲੱਗਦਾ ਵੀ ਲੋਕ ਤਾਂ ਪਰੇਸ਼ਾਨ ਹੋ ਰਹੇ, ਜਿਹੜੇ ਮਰੀਜ਼ ਇੱਥੇ ਆਉਂਦੇ ਰੋਜ਼ 1000-1500 ਮਰੀਜ਼ ਇੱਥੇ ਆਉਂਦਾ, ਲੀਡਰਾਂ ਤੇ ਸਿਹਤ ਇਸ ਕਰਕੇ ਅਸਰ ਨਹੀਂ ਕਿਉਂਕਿ ਇਹਨਾਂ ਨੂੰ ਸਰਕਾਰੀ ਸੇਵਾਵਾਂ ਦੀ ਲੋੜ ਨਹੀਂ, ਆਪਣੇ ਇਲਾਜ ਤੇ ਬਾਹਰੋਂ ਕਰਾਉਂਦੇ ਆ ਪ੍ਰਾਈਵੇਟ ਹਸਪਤਾਲਾਂ ਤੇ। ਬਿਲਕੁਲ ਪ੍ਰਾਈਵੇਟ ਤੇ ਕਦੀ ਸਰਕਾਰੀ ਇਲਾਜ ਕਰਾਉਣ ਆਏ ਕੋਈ ਨਹੀਂ। ਤੇ ਆ ਵੇਖ ਲਓ ਵੀ ਕਿੰਨੇ ਐਮਐਲਏ ਲੋਕਲ 5 ਐਮਐਲਏ ਆ, ਜਿਨ੍ਹਾਂ 'ਚ ਇੱਕ ਮੰਤਰੀ ਸਾਹਿਬ ਆ। ਰੂਰਲ ਦੇ ਲਾ ਲਓ ਕਿੰਨੇ ਐਮਐਲਏ ਆ, ਉਹਨਾਂ 'ਚ ਵੀ ਇੱਕ ਮੰਤਰੀ ਸਾਹਿਬ ਆ, ਕੋਈ ਇੱਕ ਪੁੱਛਣ ਨਹੀਂ ਆ। ਐਮਪੀ ਸਾਹਿਬ ਚਲੋ ਧਰਨੇ ਤੇ ਬੈਠੇ ਆ, ਉਹ ਤਦ ਨਹੀਂ ਆਏ, ਫਿਰ ਵੀ ਫੋਨ ਕਰਕੇ ਤੇ ਪੁੱਛ ਸਕਦੇ ਸੀ ਵੀ ਤੁਹਾਨੂੰ ਕੀ ਤੰਗੀ ਆ, ਮੈਂ ਤੁਹਾਡੀ ਆਵਾਜ਼ ਉਠਾਊਂਗਾ। ਕਿਸਾਨਾਂ ਦੀ ਆਵਾਜ਼ ਵਾਸਤੇ ਤੇ ਧਰਨਾ ਲਾਉਣ ਗਏ ਆ ਨਾ, ਸਾਡੇ 'ਚ ਵੀ ਆ ਕੇ ਇੱਕ ਦਿਨ ਘੰਟਾ ਲਾ ਜਾਂਦੇ ਤੇ ਸਾਨੂੰ ਪਤਾ ਲੱਗਦਾ ਵੀ ਇਹ ਮੁਲਾਜ਼ਮ ਧੱਕਾਂ ਵਾਲੀ ਸਰਕਾਰ ਆ। ਇਹਦਾ ਮਤਲਬ ਇਹਨਾਂ ਨੂੰ ਕਿਸੇ ਨੂੰ ਮੁਲਾਜ਼ਮਾਂ ਨਾਲ ਲੈਣ ਦੇਣ ਦਾ ਕੋਈ ਨਹੀਂ ਹੈਗਾ। ਇਹ ਆਪਣੀ ਡਫਲੀ ਦਾ ਆਪਣਾ ਰਾਗ ਹੈਗਾ। ਇਹਨਾਂ ਨੂੰ ਮੁਲਾਜ਼ਮਾਂ ਨਾਲ ਕੁਝ ਨਹੀਂ ਹੈਗਾ। ਜੀਣ ਮਰਨ ਮੁਲਾਜ਼ਮ ਇਹਨਾਂ ਵਾਸਤੇ ਨਾ ਵਰਤਣ ਵਾਲੀ ਚੀਜ਼ ਆ, ਵੀ ਵੋਟ ਲਈ ਤੇ ਭਜਾਤਾ। ਕੀ ਨਾਮ ਹੈ ਭੈਣ ਜੀ ਤੁਹਾਡਾ? ਜਸਵੀਰ ਕੌਰ ਸਟਾਫਲਰਸ। ਮੈਂ ਤੇ ਇਹੋ ਰਿਕੁਐਸਟ ਕਰਦੀ ਸਰਕਾਰ ਨੂੰ ਵੀ ਸਾਡੀਆਂ ਮੰਗਾਂ ਛੇਤੀ ਤੋਂ ਛੇਤੀ ਮੰਗ ਲੈ, ਨਾ ਮਰੀਜ਼ ਖਰਾਬ ਹੋਣ ਤੇ ਨਾ ਅਸੀਂ ਹੜਤਾਲ ਤੇ ਬੈਠੀਏ। ਜਿਵੇਂ ਐਮਐਲਏ ਵੀ ਨੇ, ਐਮਐਲਏ ਸਾਹਿਬਾਨ ਨੇ ਅੰਮ੍ਰਿਤਸਰ ਦੇ, ਕਿਆ ਤੁਸੀਂ ਆਪਣੀ ਆਵਾਜ਼ ਪਹੁੰਚਾਉਣ ਲਈ, ਉਹ ਤਾਂ ਤੁਹਾਡੇ ਕੋਲ ਆਏ ਨਹੀਂ ਮੰਤਰੀ, ਤੇ ਤੁਸੀਂ ਆਪਣੀ ਆਵਾਜ਼ ਪਹੁੰਚਾਉਣ ਵਾਸਤੇ ਉਹਨਾਂ ਦਾ ਘਰਾਵ ਜਾਂ ਮੈਮੋਰੰਡਮ ਦੇਣ ਦੀ ਕੋਈ ਪਲਾਨਿੰਗ ਕੀਤੀ ਜਾ ਰਹੀ ਹੈ ਉਹਨਾਂ ਨੂੰ, ਵੀ ਉਹਨਾਂ ਨੂੰ ਜਗਾਇਆ ਜਾਵੇ? ਬਿਲਕੁਲ ਜੀ, ਪਲਾਨਿੰਗ ਕੀਤੀ ਜਾ ਰਹੀ, ਆਪਣੀ ਸਾਰੀ ਐਸੋਸੀਏਸ਼ਨ ਕਰਕੇ ਤੇ ਅਸੀਂ ਉਹਨਾਂ ਕੋਲ ਪਹੁੰਚਾਂਗੇ। ਕੀ ਉਹਨਾਂ ਨੂੰ ਮੈਮੋਰੰਡਮ ਦਿਓਗੇ? ਹਾਂਜੀ, ਵੀ ਸਾਡੀਆਂ ਜਿਹੜੀਆਂ ਇਹ ਮੰਗਾਂ ਇਹ ਤੁਸੀਂ ਆਪ ਪੂਰੀਆਂ ਕਰਵਾਓ। ਦੇਖੋ ਸਾਰੇ ਟੈਸਟ ਵੀ ਬੰਦ ਨੇ ਸ਼ਰਮਾ ਜੀ, ਟੈਸਟ ਰੋਜ਼ 3 ਤੋਂ 4000 ਟੈਸਟ ਹੁੰਦੇ ਆ, ਲੋਕ ਕਿੰਨੇ ਬਾਹਰੋਂ ਵੀ ਆਉਂਦੇ, ਪਰੇਸ਼ਾਨ ਕਿੰਨੇ ਹੋ ਰਹੇ ਇੱਥੇ? ਨਹੀਂ, ਜਿਹੜੇ ਲੈਬ ਜਿਹੜੇ ਟੈਸਟ ਹੈਗੇ ਆ ਉਹ ਤਾਂ ਨਹੀਂ ਕਰ ਰਹੇ ਅਸੀਂ। ਜਿਹੜੇ ਇੰਡੋਰ ਦੇ ਜਿਹੜੇ ਟੈਸਟ ਹੈਗੇ, ਜਿਹੜੇ ਕ੍ਰਿਟੀਕਲ ਪੇਸ਼ੈਂਟ ਉਹਨਾਂ ਦੇ ਆਪਾਂ ਟੈਸਟ ਤਾਂ ਜ਼ਰੂਰ ਕਰ ਰਹੇ ਹਾਂ। ਬਾਕੀ ਜਿਹੜੇ ਉਹ ਜੇ ਓਪੀਡੀ ਦੇ ਪੇਸ਼ੈਂਟ ਖਰਾਬ ਹੈ ਤਾਂ ਇਹਦੀ ਪੂਰੀ ਰਿਸਪੌਂਸਿਬਿਲਿਟੀ ਗਵਰਨਮੈਂਟ ਦੀ ਹੈ, ਸਾਡੀ ਕੋਈ ਨਹੀਂ ਆ। ਅਸੀਂ ਤਾਂ ਆਪਣਾ ਪੂਰਾ ਕੰਮ ਕਰਦੇ ਰਹੇ ਹਾਂ। ਉਹਦੀ ਏਵਜ 'ਚ ਅਸੀਂ ਤਾਂ ਡਿਜ਼ਰਵ ਕਰਦੇ ਸੀ ਨਾ, ਜਿਹੜੇ ਪੇ ਕਮਿਸ਼ਨ ਦੀ ਜਿਹੜੀ ਰਿਪੋਰਟ ਸਹੀ ਦਿੰਦੇ, ਉਹਦੇ ਵਿੱਚ ਜਿਹੜੇ ਸਾਡੇ ਬਣਦੇ ਅਲਾਊਂਸ ਵੀ ਘਟਾ ਦਿੱਤੇ। ਨੈਚੁਰਲੀ ਸਾਡਾ ਪ੍ਰੋਟੈਸਟ ਕਰਨਾ ਬਣਦਾ ਹੀ ਹੈ। ਡਾਕਟਰ ਮਦਨ ਮੋਹਨ ਨਾਲ ਡਾਕਟਰ ਸਾਹਿਬ, ਐਮਐਲਏ ਨੂੰ ਜਗਾਉਣ ਵਾਸਤੇ, ਮੰਤਰੀ ਨੂੰ ਜਗਾਉਣ ਵਾਸਤੇ, ਆਪਣੇ ਐਮਪੀ ਨੂੰ ਜਗਾਉਣ ਵਾਸਤੇ ਪੰਜਾਬ ਲੈਵਲ ਦੇ ਉੱਪਰ ਕੀ ਕੋਈ ਲਿਖਿਆ ਜਾ ਰਿਹਾ, ਕੋਈ ਪ੍ਰੋਗਰਾਮ, ਜਾਂ ਤੁਹਾਡੇ ਵੱਲੋਂ ਉਹਨਾਂ ਨੂੰ ਕੋਈ ਸੁਝਾਅ ਦਿੱਤਾ ਜਾਊਗਾ? ਸਰ ਅਸੀਂ ਪਹਿਲਾਂ ਵੀ ਪੰਜਾਬ ਭਰ ਦੇ ਵਿੱਚ ਸਾਰੇ ਜਿਹੜੇ ਮੰਤਰੀ ਸੀ, ਐਮਐਲਏ ਸੀ, ਉਹਨਾਂ ਨੂੰ ਅਸੀਂ ਮੈਮੋਰੈਂਡਮ ਦੇ ਕੇ ਆ ਗਏ ਸੀ। ਅਸੀਂ ਆਪਣੇ ਇੱਥੇ ਵੀ ਸਾਡੇ ਜਿਹੜੇ ਕੈਬਨਿਟ ਮੰਤਰੀ ਸੀ ਓਮ ਸੋਨੀ ਜੀ ਨੂੰ ਦੇ ਕੇ ਆਏ ਸੀ। ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਸੀ ਜਿਹੜਾ ਤੁਹਾਡਾ ਕੰਮ ਹੈਗਾ ਮੈਂ ਕਰਵਾਵਾਂਗਾ, ਤੁਸੀਂ ਮੇਰੇ ਤੇ ਵਿਸ਼ਵਾਸ ਰੱਖੋ। ਕਹਿੰਦੇ ਜੇ ਮੈਂ ਨਹੀਂ ਕਰਵਾਵਾਂਗਾ, ਜੇ ਲੱਗੇਗਾ ਕਿ ਮੈਂ ਨਹੀਂ ਕਰਵਾ ਸਕਦਾ, ਮੈਂ ਤੁਹਾਨੂੰ ਖੁਦ ਹੀ ਕਹਿ ਦੇਵਾਂਗਾ ਕਿ ਤੁਸੀਂ ਸਟ੍ਰਾਈਕਾਂ ਕਰੋ। ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਸੀ। ਕੀ ਨਾਮ ਹੈ ਜੀ ਤੁਹਾਡਾ? ਸੰਦੀਪ ਕੌਰ ਮੇਰਾ ਨਾਮ। ਹੜਤਾਲ ਤੇ ਹੋ, ਸਰਕਾਰ ਗੱਲ ਨਹੀਂ ਸੁਣ ਰਹੀ, ਤੁਹਾਨੂੰ ਕੀ ਲੱਗ ਰਿਹਾ ਕਿ ਜਨਤਾ ਅੱਜ ਵੀ 74 ਸਾਲ ਹੋ ਗਏ ਦੇਸ਼ ਨੂੰ ਆਜ਼ਾਦ ਹੋਇਆ ਤੇ ਗੁਲਾਮਾਂ ਵਾਲੀ ਜ਼ਿੰਦਗੀ ਜੀ ਰਹੀ ਹੈ? ਦੇਖੋ ਮੈਨੂੰ ਲੱਗਦਾ ਹੈ ਲੋਕੀ ਤੇ ਹਮੇਸ਼ਾ ਵਿਚਾਰੇ ਘਾਟੇ 'ਚ ਹੀ ਜਾ ਰਹੇ ਆ, ਮਤਲਬ ਲਾਸ 'ਚ ਹੀ ਆ ਪੀਪਲ ਤੇ ਅਜੇ ਤੱਕ ਦੇ ਆਰ ਇਨ ਲਾਸ ਓਨਲੀ। ਇਹ ਆਪਣੇ ਘਰ ਭਰੀ ਜਾਂਦੇ ਆ ਤੇ ਕੀ ਕਰੀ ਜਾ ਰਹੇ ਆ ਕੁਝ ਸਮਝ ਨਹੀਂ ਆਉਂਦੀ, ਪਰ ਲੋਕਾਂ ਦੇ ਹੱਕਾਂ 'ਚ ਤੇ ਕੁਝ ਵੀ ਨਹੀਂ ਕਰ ਰਹੇ। ਉਹਨਾਂ ਦੀ ਇਹ ਕਹਿੰਦੇ ਹਰ ਵਾਰੀ ਆਉਂਦੇ ਵੀ ਅਸੀਂ ਸੇਵਾ ਕਰਨੀ ਹੈ, ਤੇ ਸੇਵਾ ਤੇ ਕਰਦੇ ਨਹੀਂ, ਮੇਵਾ ਲੁੱਟ ਕੇ ਗਾਂ ਜਾਂਦੇ। ਇਸ ਬਾਰੇ ਕੀ ਕਹਿ ਸਕਦੀ ਹਾਂ, ਪਰ ਲੋਕਾਂ ਦੇ ਹੱਕਾਂ ਵਿੱਚ ਕੁਝ ਨਹੀਂ ਆਇਆ ਅਜੇ ਤੱਕ। ਤੁਹਾਡਾ ਕੀ ਕਹਿਣਾ ਜੀ? ਦੇਸ਼ ਨੂੰ ਆਜ਼ਾਦ ਹੋਇਆ ਅੱਜ 74 ਸਾਲ ਹੋ ਚੱਲੇ ਆ, ਅੱਜ ਵੀ ਮੁਲਾਜ਼ਮ ਨਾਰੇ ਮਾਰਿਆ ਸੜਕਾਂ ਦੇ ਉੱਪਰ, ਕਿਆ ਦੇਸ਼ ਦੇ ਲੋਕਾਂ ਨੂੰ ਕੁਝ ਮਿਲਿਆ? ਜਿਹੜੇ ਲੋਕ ਜਿਹੜਾ ਪ੍ਰੋਫੈਸ਼ਨ ਜੇ ਦੇਸ਼ ਦੀ ਜਿਹੜੇ ਸੇਵਾ ਕਰ ਰਹੇ ਨੇ, ਜੋ ਲੋਕਾਂ ਦੀ ਅਸੀਂ ਕੋਵਿਡ ਪੈਂਡੈਮਿਕ 'ਚ ਸੇਵਾ ਕੀਤੀ, ਜੇ ਉਹਨਾਂ ਨੂੰ ਨਹੀਂ ਸਰਕਾਰ ਦੇ ਸਕੀ ਤੇ ਉਹਨਾਂ ਨੇ ਲੋਕਾਂ ਦੀ ਕੀ ਸੇਵਾ ਕਰਨੀ? ਆਪਣੀ ਹੀ ਸੇਵਾ ਕੀਤੀ ਹੈ ਉਹਨਾਂ ਨੇ ਇਹਨਾਂ 5 ਸਾਲਾਂ 'ਚ।
5 ਸਾਲ ਦੀ 70 75 ਸਾਲ ਤੋਂ ਲੋਕ ਅਜੇ ਵੀ ਗੁਲਾਮੀ ਦੀ ਜ਼ਿੰਦਗੀ ਜੀ ਰਹੇ, ਕਿਉਂਕਿ ਦੇਖੋ ਨਾ ਤੁਹਾਨੂੰ ਵੀ ਨਾਰੇ ਮਾਰਨੇ ਪੈ ਰਹੇ ਆ, ਪੰਜਾਬ ਲੈਵਲ ਤੇ ਸਟ੍ਰਾਈਕ ਹੈ, ਗੱਲ ਕੋਈ ਨਹੀਂ ਸੁਣੀ ਜਾ ਰਹੀ। ਬਿਲਕੁਲ ਜੀ, ਬਿਲਕੁਲ ਗੁਲਾਮੀ ਦੀ ਜ਼ਿੰਦਗੀ ਹੈ ਇਹ। ਅਗਰ ਜੇ ਹਾਕੀ ਜਿਹੜੀ ਸਰਕਾਰਾਂ ਅਸੀਂ ਚੁਣ ਕੇ ਲਿਆਉਂਦੇ ਆ, ਜਿਹੜੀਆਂ ਵੋਟਿੰਗ ਦੇ ਥਰੂ ਆਉਂਦੀਆਂ ਨੇ, ਜੇ ਉਹੀ ਸਰਕਾਰ ਸਾਡੀ ਲੋਕਾਂ ਦੀ, ਆਮ ਲੋਕਾਂ ਦੀ ਨਹੀਂ ਸੁਣੇਗੀ ਤੇ ਆਬਵੀਅਸਲੀ ਇਹ ਗੁਲਾਮੀ ਹੀ ਹੈਗੀ ਆ। ਤੁਹਾਨੂੰ ਕੀ ਲੱਗਦਾ ਵੀ ਆਪਣੇ ਤੇ ਵੱਡੇ ਵੱਡੇ ਮਹਿਲ ਪਾਲੇ ਤੇ ਲੋਕ ਅਜੇ ਵੀ ਸੜਕਾਂ ਤੇ ਹੈ? ਹਾਂਜੀ ਬਿਲਕੁਲ, ਸੜਕਾਂ ਤੇ ਹੀ ਅਸੀਂ ਸੜਕਾਂ ਤੇ ਹੀ ਲਿਆਂਦਾ ਹੋਇਆ। ਸਾਨੂੰ ਜਦੋਂ ਕੰਮ ਕਰਨ ਦਾ ਟਾਈਮ ਸੀਗਾ ਉਦੋਂ ਸਾਨੂੰ ਹੱਲਾਸ਼ੇਰੀ ਦੇ ਕੇ ਕੋਵਿਡ ਵਾਰੀਅਰਸ ਆ ਜੀ, ਕੋਵਿਡ ਵਾਰੀਅਰਸ ਆ, ਲੋਕਾਂ ਦੀ ਸੇਵਾ ਕਰੋ, ਦੇਸ਼ ਦੀ ਸੇਵਾ ਕਰੋ, ਮਤਲਬ ਪੈਂਡੈਮਿਕ 'ਚ ਸੇਵਾ ਕਰੋ। ਹੁਣ ਜੇ ਹੁਣ ਵੀ ਤੇ ਅਸੀਂ ਕੋਵਿਡ ਵਾਰੀਅਰਸ ਹੀ ਆ, ਹੁਣ ਕਿਉਂ ਨਹੀਂ ਸਾਡੀ ਸੁਣ ਰਹੇ? ਇਹ ਕਹਿੰਦੇ ਜੀ ਸੇਵਾ ਕਰਦੇ ਆ, ਤੇ ਕੀ ਇਹ ਸਭ ਤੋਂ ਵੱਡਾ ਝੂਠ ਹੈ? ਸਭ ਤੋਂ ਵੱਡਾ ਝੂਠ ਹੈ। ਜੇ ਅਸੀਂ ਇੰਨੇ ਦਿਨ ਦਾ ਅਸੀਂ ਪ੍ਰੋਟੈਸਟ ਕਰ ਰਹੇ ਹਾਂ, ਅਸੀਂ ਸਰਕਾਰ ਨੂੰ ਇਟਸ ਅ ਕਾਈਂਡ ਆਫ ਅ ਰਿਕੁਐਸਟ ਐਜ਼ ਵੈਲ ਕਿ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ, ਪਰ ਕਿਉਂ ਨਹੀਂ ਸੁਣ ਰਹੇ ਹੈਗੇ? ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਸੁਰਿੰਦਰ ਸਿੰਘ ਭੱਟੀ ਭੱਟੀ ਸਾਹਿਬ, ਇਹ ਸਰਕਾਰ ਕਿਉਂ ਨਹੀਂ ਸੁਣ ਰਹੀ ਤੁਹਾਡੀ? ਹੈ। ਸਾਡੇ ਵਿੱਚ ਹੌਸਲਾ ਐਡਾ ਕਿ ਤਾਰੇ ਤੋੜ ਸਕਦੇ ਹਾਂ, ਇੱਕ ਨਹੀਂ, ਦੋ ਨਹੀਂ, 100 ਨਹੀਂ, 1000 ਨਹੀਂ, ਸਾਰੇ ਦੇ ਸਾਰੇ ਹੀ ਤੋੜ ਸਕਦੇ ਹਾਂ। ਅਸੀਂ ਹੇਠਲੇ ਪੱਧਰ ਤੋਂ ਲੈ ਕੇ ਮੁਲਾਜ਼ਮਾਂ ਦੀ ਲਾਮਬੰਦੀ ਕਰਾਂਗੇ। ਸਰਕਾਰ ਨੂੰ ਇਹ ਭੁਲੇਖਾ ਹੋਏਗਾ ਕਿ ਅਸੀਂ ਇਕੱਲਿਆਂ ਨੂੰ ਨਿਖੇੜ ਕੇ ਇਹਨਾਂ ਨੂੰ ਨਿਖੇੜੂ ਕਰ ਲਵਾਂਗੇ, ਪਰ ਅਸੀਂ ਸਾਰੇ ਹੀ ਟੋਟਲੀ ਮੁਲਾਜ਼ਮਾਂ ਨੂੰ ਨਾਲ ਲੈ ਕੇ, ਜਿੱਥੇ ਪੰਜਾਬ ਦੇ ਸਾਰੇ ਹੀ ਵਰਗਾਂ ਦੇ ਲੋਕ ਲੜ ਰਹੇ ਆ, ਅਸੀਂ ਕਿਉਂ ਨਹੀਂ ਸੁਣਨੇ? ਭੱਟੀ ਸਾਹਿਬ, ਤੁਹਾਨੂੰ ਕੀ ਲੱਗਦਾ ਵੀ ਇਹ ਆਪਣੇ ਤੇ ਆਪਣੇ ਭੱਤੇ ਤੇ ਆਪਣੇ ਪੈਨਸ਼ਨ ਆਪਣਾ ਇਹਨਾਂ ਨੂੰ ਸਭ ਪਤਾ ਹੈ? ਸਰਕਾਰਾਂ ਦੀ ਹਮੇਸ਼ਾ ਇਹੋ ਹੀ ਚਾਲ ਹੁੰਦੀ ਆ ਵੀ ਲੋਕਾਂ ਨੂੰ ਵੱਡੇ ਪੱਧਰ ਤੇ ਪਾੜੋ ਤੇ ਰਾਜ ਕਰੋ ਦੀ ਨੀਤੀ ਆ। ਇਸੇ ਨੀਤੀ ਦੇ ਤਹਿਤ ਆਮ ਲੋਕਾਂ ਨਾਲੋਂ ਸਾਨੂੰ ਪਹਿਲਾਂ ਨਿਖੇੜ ਦਿੱਤਾ ਗਿਆ ਮੁਲਾਜ਼ਮਾਂ ਨੂੰ ਵੀ ਇਹ ਕੰਮ ਨਹੀਂ ਕਰਦੇ। ਸਵਾਲ ਆ ਵੀ ਆਪਣੀਆਂ ਤੇ ਪੈਨਸ਼ਨਾਂ ਆਪਣੇ ਭੱਤੇ ਲਈ ਜਾਂਦੇ ਤੇ ਮੁਲਾਜ਼ਮਾਂ ਨੂੰ ਦੇਣ ਵਾਰੀ ਆਉਂਦੀ ਤੇ ਇਹ ਸਰਕਾਰਾਂ ਜਾਣਬੁੱਝ ਕੇ ਕਰਦੀਆਂ ਜੀ, ਆਪਣੇ ਭੱਤੇ ਜਿਹੜੇ ਆ ਬਹਾਲ ਕਰ ਲੈਂਦੀਆਂ ਵਾ, ਲੋਕਾਂ ਨੂੰ ਦੇਣ ਵਾਸਤੇ ਕਹਿੰਦੀਆਂ ਕੁਝ ਨਹੀਂ ਹੈਗਾ, ਜਦੋਂ ਕਿ ਸਾਰਾ ਕੁਝ ਹੀ ਉਹਨਾਂ ਕੋਲ ਹੁੰਦਾ ਹੈ। ਅੱਜ 74 ਸਾਲ ਆਜ਼ਾਦੀ ਨੂੰ ਹੋ ਗਏ ਤੇ ਜਨਤਾ ਹਜੇ ਵੀ ਗੁਲਾਮ ਹੈ। ਹਾਂਜੀ, ਗੁਲਾਮਾਂ ਵਾਲਾ ਹਾਲ ਹੈ ਸਾਡਾ। ਪੰਜਾਬ ਸਰਕਾਰ मुर्दाबाद, मुलाजिम एकता जिंदाबाद। ये देखिए, डॉक्टर हैं लगातार हड़ताल पर हैं, आज भी कल भी हड़ताल थी, कल फिर हड़ताल करने जा रहे हैं। इनका ये कहना है अगर सरकार की ओर से इनकी मांगों को नहीं माना गया तो 20 तारीख से तमाम सेवाएं बंद कर दी जाएंगी। कोई MLC नहीं होगा, कोई नो इंजरी सर्टिफिकेट नहीं दिया जाएगा और भी इमरजेंसी सेवाएं भी ठप की जा सकती हैं। आखिरकार सरकार मौन क्यों है? ये लगातार शोर मचा रहे हैं अपनी मांगों को लेकर, इनसे बात क्यों नहीं की जा रही हमारी भी सरकार से? क्योंकि यहाँ पर हर रोज़ मरीज जो हैं आते हैं, परेशान होते हैं। गरीब मजदूर कोई दिहाड़ी करता है, कोई कहीं दुकान पर काम करता है, अपनी छुट्टी लेकर आता है, वहाँ यहाँ पर उसे इलाज नहीं मिलता, तो लोग परेशान हो रहे हैं। इनकी बातों पर गौर किया जाए और जल्द से जल्द इसका हल निकाला जाए। अब हम बात करेंगे मरीजों के साथ, आइए बताते हैं उनका क्या कहना है। की नाम है थोड़ा? ਮੋਨਿਕਾ कितों आए हो? ਇੱਥੇ ਮੰਡੀ ਪੈਟਰੋਲ ਪੰਪ ਤੋਂ बच्चे ਨੂੰ ਦਿਖਾਣਾ ਆਏ ਹੋ? ਦਿਖਾਣਾ ਹੈ। ਇੱਥੇ ਆ ਕੇ ਕੀ ਪਤਾ ਚੱਲਿਆ ਹੜਤਾਲ ਹੈ? ਹੜਤਾਲ ਹੈ। ਕਿੰਨੀ ਪਰੇਸ਼ਾਨੀ ਹੋ ਰਹੀ ਤੁਹਾਨੂੰ? ਪਰੇਸ਼ਾਨੀ ਤਾਂ ਹੈਗੀ, ਬੱਚਾ ਠੀਕ ਨਹੀਂ ਹੈਗਾ ਫਿਰ ਹੁਣ ਕਿਤੇ ਬਾਰਿਸ਼ ਵਿੱਚ ਲੈ ਕੇ ਆਏ ਆ, ਘਰੋਂ ਨਿਕਲ ਕੇ ਆਏ ਆ ਕਿ ਬੱਚੇ ਨੂੰ ਮੈਡੀਸਿਨ ਮਿਲ ਜਾਏ, ਪਰ ਇੱਥੇ ਆ ਕੇ ਦੇਖ ਰਹੇ ਆ ਕਿ ਸਟ੍ਰਾਈਕ ਹੈ, ਹੁਣ ਫਿਰ ਵਾਪਸ ਜਾਣਾ ਪਏਗਾ। ਕਿੰਨੀ ਕੁ ਪਰੇਸ਼ਾਨੀ ਹੋ ਰਹੀ ਹੈ? ਸਰ ਪਰੇਸ਼ਾਨੀ ਆ, ਘਰੋਂ ਬਾਰਿਸ਼ 'ਚ ਨਿਕਲੇ ਆ, ਇੱਥੇ ਆ ਕੇ ਦੇਖਿਆ ਟ੍ਰੈਫਿਕ 'ਚੋਂ ਵੀ ਸਮੱਸਿਆ ਨਾਲ ਜੂਝੇ ਆ, ਇੱਥੇ ਆ ਕੇ ਡਾਕਟਰ ਸਾਹਿਬ ਸਟ੍ਰਾਈਕ ਤੇ ਨੇ। ਬੱਚਾ ਹੈ, ਚਲੋ ਬੰਦਾ ਵੱਡਾ ਹੋਵੇ ਉਹ ਬੀਅਰ ਕਰ ਜਾਂਦਾ, ਛੋਟੇ ਬੱਚੇ ਵਾਸਤੇ ਦਿੱਕਤ ਜ਼ਿਆਦਾ ਹੈ। ਕੀ ਪ੍ਰੋਬਲਮ ਹੈ ਬੱਚੇ ਨੂੰ? ਬੱਚੇ ਨੂੰ ਫੀਵਰ ਹੋ ਰਿਹਾ ਸਰ, बार-बार बुखार। जी जी। ये देखिए, छोटा कितनी उम्र है दी? ਇਹ ਪੌਣੇ 2 ਸਾਲ ਦਾ। ये देखिए, 2 साल से भी कम उम्र का ये बच्चा है, इसे बुखार है, लेकिन डॉक्टर नहीं है क्योंकि डॉक्टर हड़ताल पर हैं। इनका कहना है कि यदि गरीब जनता इसी तरह तंग होती रहेगी। नाम है थोड़ा? ਰੇਖਾ कौन है थोड़े? ਮੇਰੀ ਸੱਸ ਹੈਗੀ ਜੀ। ਤੇ ਐਡਮਿਟ ਕਰਾਉਣਾ ਆਏ ਹੋ? ਹਾਂਜੀ, ਕੀ ਕਹਿੰਦੇ ਆ? ਕਹਿੰਦੇ ਕਿ ਗੁਰੂ ਨਾਨਕ ਚ ਲੈ ਜਾਓ, ਇੱਥੇ ਹੜਤਾਲ ਚੱਲਦੀ ਪਈ, ਇੱਥੇ ਨਹੀਂ ਅਸੀਂ ਕਰਨਾ। ਤੇ ਕਿੰਨੀ ਇੱਕ ਪਰੇਸ਼ਾਨੀ ਆ ਰਹੀ ਤੁਹਾਨੂੰ? ਪਰੇਸ਼ਾਨੀ ਤਾਂ ਬਹੁਤ ਆ ਰਹੀ ਹੈ ਸਰ। ਤੇ ਕਿੰਨੀ ਉਮਰ ਹੈ ਇਹਨਾਂ ਦੀ? ਉਮਰ ਕਿੰਨੀ ਹੈਗੀ? ये देखिए, ये चल फिर नहीं सकते। ਨਹੀਂ ਚੱਲ ਫਿਰ ਨਹੀਂ ਸਕਦੇ ਜੀ। ਕੀ ਦਿੱਕਤ ਹੈ ਇਹਨਾਂ ਨੂੰ? ਇਹ ਕਹਿੰਦੇ ਹਾਰਟ 'ਚ ਪ੍ਰੋਬਲਮ ਹੈਗੀ ਇਹਨਾਂ ਨੂੰ, ਹਾਰਟ ਕੰਮ ਚੱਲਦੀ ਪਈ ਆ। ਤੁਸੀਂ ਹਸਪੀਟਲ ਚੈੱਕਅਪ ਕਰਾਉਣ ਆਏ ਹੋ? ਸਿਵਲ ਹਸਪੀਟਲ ਤੋਂ ਆਏ ਹਲਕਾ ਟਾਰੀ ਤੋਂ, ਇੱਥੇ ਏਡੀ ਦੂਰੋਂ ਆਏ ਸਿਵਲ ਹਸਪੀਟਲ, ਤੇ ਇੱਥੇ ਆਉਂਦਿਆਂ ਨੂੰ ਕਹਿੰਦੇ ਸਾਰਾ ਕੁਝ ਬੰਦ ਆ, ਸਰਕਾਰੀ ਦਫ਼ਤਰ ਸਾਰੇ ਬੰਦ ਆ, ਕੋਈ ਚੈੱਕ ਨਹੀਂ ਕਰ ਪਾ ਰਿਹਾ, ਡਾਕਟਰਾਂ ਦੀ ਹੜਤਾਲ ਆ। ਡਾਕਟਰਾਂ ਦੀ ਹੜਤਾਲ ਆ ਤੇ ਆਮ ਜਨਤਾ ਨੂੰ ਕਿਉਂ ਕੀਤਾ ਜਾ ਰਿਹਾ ਪਰੇਸ਼ਾਨ ਇਹਨਾਂ? ਕੀ ਦਵਾਈ ਕਿਹਨੂੰ ਦਿਖਾਣਾ ਆਏ ਸੀਗੇ? ਅਸੀਂ ਡਾਕਟਰ ਗਾਇਨੇ ਦੀ ਡਾਕਟਰ ਨੂੰ ਦਿਖਾਉਣ ਆਏ ਹਾਂ। ਇੱਥੇ ਕਾਫੀ ਮੁਸ਼ਕਲ ਆ ਰਹੀ ਹੈ। ਮੁਸ਼ਕਲ ਬਹੁਤ ਜ਼ਿਆਦਾ ਆ ਰਹੀ ਹੈ, ਐਡੀ ਗਰਮੀ 'ਚ ਆਏ ਆ, ਇੰਨੀ ਦੂਰੋਂ ਆਏ ਆ, 30 ਕਿਲੋਮੀਟਰ ਚੱਲ ਕੇ ਆਏ ਆ,
ਠੀਕ ਹੈ। ਗੱਡੀ 'ਚ ਪੈਟਰੋਲ ਵੀ ਲੱਗਾ, ਉਤੋਂ ਇੰਨਾ ਪੈਟਰੋਲ ਮਹਿੰਗਾ ਹੋਇਆ, ਤੁਹਾਨੂੰ ਪਤਾ ਹੀ 1000 ਦਾ ਤੇਲ ਫੂਕ ਕੇ ਇੱਥੇ ਆਏ ਆ। ਉਤੋਂ ਆਉਂਦਿਆਂ ਨੂੰ ਕੀ ਜਵਾਬ ਮੇਰਿਆ ਜੀ, ਇਹ ਬੰਦ ਆ ਜੀ। ਕਦੋਂ ਆਈਏ ਜੀ, ਕੁਝ ਪਤਾ ਨਹੀਂ ਜੀ ਕਦੋਂ ਆਉਣਾ ਜੀ। 1 ਹਫ਼ਤੇ ਨੂੰ ਆਉਣਾ, 10 ਦਿਨਾਂ ਨੂੰ ਆਉਣਾ, ਪਤਾ ਨਹੀਂ ਜੀ। ਕੋਈ ਪੱਕਾ ਦੱਸ ਦਿਨ ਜੀ, ਕੋਈ ਇਹ ਨਹੀਂ ਦੱਸ ਰਹੇ ਕਿ ਕਦੋਂ ਆਇਓ ਪੱਕਾ। ਬਸ ਇਹੀ ਕਹੀ ਜਾ ਰਹੇ ਸੋਮਵਾਰ ਆਇਓ, ਇੱਦਣ ਆਇਓ। ਜਨਤਾ ਬੇਵਕੂਫ ਥੋੜ੍ਹਾ ਹੈ, ਇਹਨਾਂ ਸਰਕਾਰਾਂ ਕਰਕੇ ਜਨਤਾ ਬੇਵਕੂਫ ਹੋ ਗਈ ਹੈ। ਦੱਸੋ, ਸਰਕਾਰ ਨੂੰ ਇਹਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ, ਗੱਲ ਕਰਨੀ ਚਾਹੀਦੀ ਇਹਨਾਂ ਨਾਲ। ਮੰਨਣੀਆਂ ਚਾਹੀਦੀਆਂ। ਇਹ ਕੋਈ ਬੇਫਜ਼ੂਲ ਥੋੜ੍ਹਾ ਕਹਿ ਰਹੇ ਆ, ਇਹ ਕੋਈ ਬੇਫਜ਼ੂਲ ਨਹੀਂ ਕਹਿ ਰਹੇ। ये जो भी कह रहे अपने हक लिए सही कह रहे हैं। सिविल हॉस्पिटल में आने वाले मरीज खासे परेशान हैं, अटारी से ही आए हैं। इनका ये कहना है कि अपनी पत्नी को दिखाने के लिए आए थे, लेकिन डॉक्टर मिले नहीं हैं, अब इन्हें वापस जाना पड़ेगा। सरकार को इनकी मांगें सुननी चाहिए और उस पर गौर करना चाहिए। अमृतसर से D4 न्यूज़ के लिए दीपक भंडारी की खास रिपोर्ट।